ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਅਸੀਂ 12ਵੀਂ ਦੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਮੈਥਸ ਦੇ 2024 ਦੇ ਇੱਕ ਨੰਬਰ ਦੇ ਕੁਐਸਚਨ ਡਿਸਕਸ ਕਰਾਂਗੇ। ਆਓ ਸਟਾਰਟ ਕਰਦੇ ਹਾਂ। ਕੁਐਸਚਨ ਨੰਬਰ 1, ਚੂਜ਼ ਦ ਕਰੈਕਟ ਆਪਸ਼ਨ in the following questions. Number 1, function f from r to r, f of x is equal to 3x minus 5 is a 1 1 only, onto only, 1 1 and onto, okay, none of these. आओ इस इसका हल देखते हैं। Clearly in the solution you can see the function which is given. I have written that fx is equal to 3x minus 5, ऊपर कट्टिया होया थल्ले I have written it once again, and ਅਸੀਂ ਇਹਦੇ ਵਿੱਚ ਚੈੱਕ ਕਰਨਾ ਹੈ ਕਿ ਇਹ 1 1 ਫੰਕਸ਼ਨ ਹੈ ਕਿ onto ਫੰਕਸ਼ਨ ਹੈ। ਸਭ ਤੋਂ ਪਹਿਲਾਂ ਜਿਹੜਾ ਫੰਕਸ਼ਨ ਲਿਖਿਆ ਹੋਇਆ ਅਸੀਂ ਉਹਨੂੰ ਨੋਟ ਡਾਊਨ ਕਰ ਲੈਂਦੇ ਹਾਂ। ਦੈਟ ਇਜ਼ f of x is equal to 3x minus 5। ਫਿਰ ਅਸੀਂ ਦੇਖਦੇ ਹਾਂ ਕਿ ਅਗਰ ਅਸੀਂ x ਦੀ ਵੈਲਿਊ 0 ਲੈਂਦੇ ਹਾਂ ਦੈਨ f of 0 will be equal to 3 into 0 minus 5 which is equal to minus 5। ਮਤਲਬ ਕਿ x ਦੀ 0 ਵੈਲਿਊ ਦੇ ਲਈ ਸਾਡੇ ਕੋਲ ਆਨਸਰ ਆ ਰਿਹਾ -5। ਦੈਨ ਅਸੀਂ x ਦੀ ਵੈਲਿਊ 1 ਲੈਂਦੇ ਹਾਂ ਤਾਂ ਉਹਦੇ ਲਈ ਸਾਡੇ ਕੋਲ ਸੈਪਰੇਟ ਆਨਸਰ ਆ ਰਿਹਾ, ਦੈਟ ਇਜ਼ 3 minus 5 is equal to minus of 2। ਸੋ x ਜਦੋਂ ਅਸੀਂ 1 ਲਿੱਤਾ ਤਾਂ ਸਾਡੇ ਕੋਲ ਆਨਸਰ ਆਇਆ -2। ਜਦੋਂ x ਅਸੀਂ -1 ਲਿੱਤਾ on the right side of the page you can see f of -1 is equal to 3 into -1 minus 5 which is equal to -8। ਇਹਦਾ ਮਤਲਬ ਜੋ ਅਸੀਂ x ਦੀ ਵੈਲਿਊਜ਼ ਰੀਅਲ ਸਪੇਸ ਦੇ ਵਿੱਚੋਂ ਰੀਅਲ ਨੰਬਰਸ ਦੇ ਵਿੱਚੋਂ 0 1 -1 ਜਾਂ 1/2 ਤਾਂ ਸਾਡੇ ਕੋਲ ਵੱਖਰੀਆਂ ਵੈਲਿਊਜ਼ ਆ ਰਹੀਆਂ ਨੇ f of x ਦੀਆਂ। ਜਾਂ ਅਗਰ ਅਸੀਂ ਦੂਸਰੀ ਸਾਈਡ ਤੋਂ ਵੀ ਸਟਾਰਟ ਕਰੀਏ ਕਿ ਅਗਰ ਅਸੀਂ 3x minus 5 ਨੂੰ 0 ਫਿਲ ਕਰ ਦਿੰਦੇ ਹਾਂ ਜਾਂ 1 ਫਿਲ ਕਰ ਦਿੰਦੇ 2 ਫਿਲ ਕਰਦੇ ਉਹਦੇ ਕੋਰਸਪੋਂਡਿੰਗਲੀ ਸਾਡੇ ਕੋਲ x ਦੀਆਂ ਵੈਲਿਊਜ਼ ਆਉਣਗੀਆਂ। ਮਤਲਬ ਕਿ ਇਹ ਫੰਕਸ਼ਨ ਫਿਰ ਸਾਡੇ ਕੋਲ 1 1 ਵੀ ਹੈ ਅਤੇ onto ਵੀ ਹੈ। ਸੋ ਦਿਸ ਇਜ਼ ਅ ਬਾਈਜੈਕਟਿਵ ਫੰਕਸ਼ਨ। ਸੋ ਸਾਡੀ ਆਪਸ਼ਨ ਸੀ ਜਿਹੜੀ ਹੈ ਦੈਟ ਇਜ਼ ਅ ਕਰੈਕਟ ਆਨਸਰ। Let's move on to the next question number 2. Relation given by r is equal to 1 1 2 2 1 2 2 1 is reflexive only, symmetric only, transitive only कि equivalence। आओ इसे इसका हल देखते हैं। The solution of this is अगर सानू set r equal to curly bracket 1 2 defined ਦਿੱਤਾ ਹੋਵੇ ਤਾਂ ਅਸੀਂ ਇਹਨੂੰ ਦੇਖ ਸਕਦੇ ਹਾਂ ਕਲੀਅਰਲੀ ਕਿ ਇਹ ਫੰਕਸ਼ਨ ਰਿਫਲੈਕਸਿਵ ਵੀ ਹੈ, ਸਿਮੈਟ੍ਰਿਕ ਵੀ ਹੈ, ਟ੍ਰਾਂਜ਼ਿਟਿਵ ਵੀ ਹੈ। ਕਿਉਂਕਿ ਰਿਫਲੈਕਸਿਵ ਫੰਕਸ਼ਨ ਇੱਥੇ ਡੈਫੀਨੇਸ਼ਨ ਲਿਖੀ ਹੋਈ ਹੈ ਫॉर ऑल a belonging to r a must belong to r, ਕਿ ਹਰੇਕ ਐਲੀਮੈਂਟ r ਦੇ ਲਈ ਉਹਦਾ ਜਿਹੜਾ ਰਿਲੇਸ਼ਨ ਹੈ ਖੁਦ ਦੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਮਤਲਬ 1 ਦਾ 1 ਨਾਲ 2 ਦਾ 2 ਨਾਲ ਵਿਚ ਇਜ਼ ਦੇਅਰ ਇਨ ਦਿਸ, ਸੋ ਇਟ ਇਜ਼ ਰਿਫਲੈਕਸਿਵ। This is already reflexive. Next, second, symmetric। अगर symmetric ਦੇ ਲਈ ਅਸੀਂ ਦੇਖਦੇ ਹਾਂ ਕਿ ਅਗਰ a, b ਬਿਲੋਂਗ ਕਰ ਰਿਹਾ r ਨੂੰ ਤਾਂ b, a ਵੀ r ਨੂੰ ਬਿਲੋਂਗ ਕਰਨਾ ਬਹੁਤ ਜ਼ਰੂਰੀ ਹੈ। ਇਹਦਾ ਮਤਲਬ ਕਿ ਅਗਰ 1, 2 ਬਿਲੋਂਗ ਕਰ ਰਿਹਾ ਦੈਨ ਉਹਦਾ ਰਿਵਰਸ ਦੈਟ ਇਜ਼ 2, 1 should also belong to r, and that is very clearly represented in the curly bracket in the relation r defined। So this is symmetric also। Next, for the transitive, अगर AB belong कर रहा R ਨੂੰ, next BC belong कर रहा R ਨੂੰ, AB ਅਤੇ BC ਦੋਨੋਂ, if AB and BC both are belonging to R then this implies AC must also belong to R। ਅਸੀਂ ਉਹ ਵੀ clearly ਇਹਦੇ ਵਿੱਚ relation ਦੇ ਵਿੱਚ ਦੇਖ ਸਕਦੇ ਹਾਂ ਕਿ ਅਗਰ 1, 2 ਬਿਲੋਂਗ ਕਰ ਰਿਹਾ R ਨੂੰ, 2, 1 ਬਿਲੋਂਗ ਕਰ ਰਿਹਾ R ਨੂੰ, then 1, 1 ਵੀ R ਨੂੰ ਬਿਲੋਂਗ ਕਰ ਰਿਹਾ। So this function is transitive also, reflexive also, symmetric also। All three relations are true for this, so this relation is an equivalence relation, so option D is the correct answer। Next question, question number 3, cos inverse minus cos 2 pi over 3 is equal to, first option is pi over 5, second option is 2 pi over 3, third option near the flower is pi over 2 and fourth option is pi over 3। आओ ਅਸੀਂ ਇਸ ਦਾ ਹੱਲ ਦੇਖਦੇ ਹਾਂ। ਲੈਟਸ ਸੀ ਇਟਸ ਸੋਲੂਸ਼ਨ। ਸੋਲੂਸ਼ਨ cos ਇਨਵਰਸ ਬ੍ਰੈਕਟ ਮਾਈਨਸ cos 2 ਪਾਈ ਓਵਰ 3। ਸਿੰਸ ਵੀ ਨੋ ਦ ਵੈਲਿਊ ਆਫ ਦ ਪਾਈ ਇਜ਼ 180 ਡਿਗਰੀ, ਅਸੀਂ ਉਹ ਵਾਲੀ ਵੈਲਿਊ ਇਹਦੇ ਵਿੱਚ ਫਿਲ ਕਰ ਦਿੱਤੀ ਹੈ। ਦੈਨ 3 ਦੀ ਕਟਿੰਗ 180 ਦੇ ਨਾਲ ਕਰਨ ਤੇ ਵਿਲ ਹੈਵ 60, ਸੋ 60 ਮਲਟੀਪਲਾਈ 2 ਵਿਲ ਬੀ 120, ਸੋ ਵਿਲ ਹੈਵ ਇਨ ਦ ਬ੍ਰੈਕਟ ਮਾਈਨਸ cos 120 ਡਿਗਰੀਜ਼। ਸੋ cos 120 ਨੂੰ ਅਸੀਂ cos 180 ਮਾਈਨਸ 60 ਡਿਗਰੀ ਲਿਖ ਸਕਦੇ ਹਾਂ ਕਿਉਂਕਿ 180 ਮਾਈਨਸ 60 ਵਿਲ ਬੀ 180। ਨੈਕਸਟ ਸਿੰਸ ਵੀ ਨੋ ਦੈਟ ਅਗਰ ਆਪਾਂ ਕੋਆਰਡੀਨੇਟ ਐਕਸਿਸ ਦੇਖਦੇ ਹਾਂ ਜਿਵੇਂ ਕਿ ਸਾਈਡ ਦੇ ਉੱਪਰ ਰੈੱਡ ਬਾਕਸ ਦੇ ਵਿੱਚ ਡਰਾ ਕੀਤਾ ਗਿਆ, ਫਸਟ ਇਜ਼ 0 ਡਿਗਰੀ, ਦੈਨ ਇਟ ਇਜ਼ 90 ਡਿਗਰੀ, ਦੈਨ 180, ਦੈਨ 270 ਡਿਗਰੀ, ਇਟ ਇਜ਼ ਕਲੀਅਰਲੀ ਐਕਸਪਲੇਨਡ ਹੀਅਰ। ਐਂਡ ਪਹਿਲੇ ਕੁਆਡਰੈਂਟ ਦੇ ਵਿੱਚ ਅਸੀਂ ਕਹਿੰਦੇ ਹਾਂ A, ਸੈਕਿੰਡ ਦੇ ਵਿੱਚ S, ਦੈਨ T, ਦੈਨ C, ਦੈਟ ਇਜ਼ ਆਲ ਸਕੂਲ ਟੂ ਕਾਲਜ ਵਾਲਾ ਅਸੀਂ ਰਾਈਮ ਬਣਾਇਆ ਹੋਇਆ ਤਾਂ ਕਿ ਸਾਨੂੰ ਯਾਦ ਰਵੇ। ਇਹਦਾ ਮਤਲਬ ਕਿ ਫਸਟ ਕੁਆਡਰੈਂਟ ਦੇ ਵਿੱਚ ਸਾਰੇ ਟ੍ਰਿਗਨੋਮੈਟ੍ਰਿਕ ਆਈਡੈਂਟੀਟੀਜ਼ ਜਿਹੜੀਆਂ ਹੁੰਦੀਆਂ ਨੇ ਸਾਈਨ, ਕਾਸ, ਟੈਨ, ਕੋਸੀਕਨ, ਸੀਕਨ, ਕਾਟ ਸਾਰੀਆਂ ਪੋਜ਼ੀਟਿਵ ਹੁੰਦੀਆਂ ਨੇ। ਸੈਕਿੰਡ ਕੁਆਡਰੈਂਟ ਦੇ ਵਿੱਚ ਸਿਰਫ ਸਾਈਨ ਅਤੇ ਸਾਈਨ ਦਾ
ਆਪੋਜ਼ਿਟ ਜਿਹੜਾ ਉਹ ਪੋਜ਼ੀਟਿਵ ਹੁੰਦਾ ਹੈ। ਨੈਕਸਟ ਥਰਡ ਕੁਆਡਰੈਂਟ ਦੇ ਵਿੱਚ ਟੈਨ ਤੇ ਟੈਨ ਦਾ ਆਪੋਜ਼ਿਟ ਦੈਟ ਇਜ਼ ਕਾਟ ਇਜ਼ ਪੋਜ਼ੀਟਿਵ, ਐਂਡ ਫੋਰਥ ਕੁਆਡਰੈਂਟ ਦੇ ਵਿੱਚ ਕਾਸ ਤੇ ਕਾਸ ਦਾ ਆਪੋਜ਼ਿਟ that is only positive, that is secant, and all other things except them are negative in that quadrant. So cos of 180 minus 60 degree ਇਹ ਲਾਈ ਕਰ ਰਿਹਾ ਓਬਵੀਅਸਲੀ ਗੱਲ ਹੈ ਸੈਕਿੰਡ ਕੁਆਡਰੈਂਟ ਦੇ ਵਿੱਚ। ਸੈਕਿੰਡ ਕੁਆਡਰੈਂਟ ਦੇ ਵਿੱਚ ਸਾਨੂੰ ਪਤਾ ਹੈ ਕਿ ਸਾਈਨ ਤੇ ਕੋਸੀਕੈਂਟ ਨੂੰ ਛੱਡ ਕੇ ਬਾਕੀ ਸਾਰੇ ਕੀ ਨੇ ਨੈਗੇਟਿਵ, ਸੋ ਇਟ ਵਿਲ ਬੀ ਕਨਵਰਟਡ ਟੂ ਮਾਈਨਸ cos of 60 degree, and minus of cos 60 will be plus cos 60 degree, and cos inverse of cos of 60 will be equal to only 60. then since ਸਾਨੂੰ ਪਤਾ ਹੈ ਕਿ ਜਿਹੜਾ ਆਨਸਰ ਦੇ ਵਿੱਚ ਆਪਸ਼ਨਸ ਸੌਰੀ ਕੁਐਸਚਨ ਦੇ ਵਿੱਚ ਜਿਹੜੀਆਂ ਆਪਸ਼ਨਸ ਦੈਟ ਆਰ ਇਨ ਰੇਡੀਅਨਸ, ਸੋ ਇਹਨੂੰ ਅਸੀਂ ਰੇਡੀਅਨਸ ਦੇ ਵਿੱਚ ਕਨਵਰਟ ਕਰਾਂਗੇ ਬਾਈ ਮਲਟੀਪਲਾਈਂਗ 60 ਡਿਗਰੀ ਬਾਈ ਪਾਈ ਓਵਰ 180 ਡਿਗਰੀ। ਦੈਨ ਇਹਨੂੰ ਮਲਟੀਪਲਾਈ ਕਰਨ ਤੇ ਕਟਿੰਗ ਕਰਨ ਤੇ ਵਿਲ ਹੈਵ ਪਾਈ ਓਵਰ 3, ਦੈਟ ਇਜ਼ ਆਪਸ਼ਨ ਡੀ ਇਜ਼ ਦ ਕਰੈਕਟ ਆਨਸਰ। ਨੈਕਸਟ ਕੁਐਸਚਨ, fourth question, if matrices 1 4 minus x minus 3 is equal to the matrices 1 4 8 minus 3, then the value of first option is 8, then minus 4 3 or minus 8. Since we know that the matrices are equal, so by the equality of matrices clearly minus x will be equal to 8. So taking the minus sign on the right side, we have x is equal to minus 8. So option D is the correct answer, which is minus 8. Let's move on to the next question, question number 5th. If the order of matrices A is 2 cross 3 and order of matrix B is 3 cross 5, then the order of matrix B transpose A transpose is. First option 5 cross 2, then 2 cross 5, then 5 cross 3, then 3 cross 2. Clearly we can see अगर A ਦਾ ਸਾਡੇ ਕੋਲ order ਦਿੱਤਾ ਹੋਇਆ 2 multiply 3, then B the order ਦਿੱਤਾ ਹੈ 3 multiply 5. We know that first are the number of rows and the second digit is the number of columns. So rows into columns ਦੇ form ਦੇ ਵਿੱਚ ਸਾਡੇ ਕੋਲ matrices ਦਾ order ਦਿੱਤਾ ਜਾਂਦਾ ਹੈ। ਤੇ ਅਗਰ ਅਸੀਂ B transpose ਦਾ order ਦੇਖਦੇ ਹਾਂ ਕਲੀਅਰਲੀ ਤੁਸੀਂ ਇੱਥੇ ਦੇਖ ਸਕਦੇ ਹੋ, it will be 5 multiply 3 because rows will be converted to columns and columns will be converted to rows. Then the A transpose ਵੀ similarly ਰੋਜ਼ ਕਾਲਮਸ ਦੇ ਵਿੱਚ ਕਨਵਰਟ ਹੋ ਜਾਣਗੇ, ਕਾਲਮਸ ਰੋਜ਼ ਦੇ ਵਿੱਚ ਕਨਵਰਟ ਹੋ ਜਾਣਗੇ। ਸੋ A ਟਰਾਂਸਪੋਜ਼ ਦਾ ਸਾਡੇ ਕੋਲ ਜਿਹੜਾ ਆਰਡਰ ਆ ਜਾਏਗਾ ਦੈਟ ਵਿਲ ਬੀ 3 cross 2. ਦੈਨ ਦ ਆਰਡਰ ਆਫ B ਟਰਾਂਸਪੋਜ਼ A ਟਰਾਂਸਪੋਜ਼ ਵਿਲ ਬੀ ਕਲੀਅਰਲੀ ਜਦੋਂ B ਟਰਾਂਸਪੋਜ਼ A ਟਰਾਂਸਪੋਜ਼ ਦੇ ਨਾਲ ਮਲਟੀਪਲਾਈ ਹੋਏਗਾ ਤੇ ਅਸੀਂ ਦੇਖਦੇ ਹਾਂ ਕਿ ਕੋਈ ਵੀ ਦੋ ਮੈਟ੍ਰਿਸਿਸ ਦੀ ਮਲਟੀਪਲੀਕੇਸ਼ਨ ਉਦੋਂ ਹੀ ਪੋਸੀਬਲ ਹੈਗੀ ਹੈ ਜਦੋਂ ਪਹਿਲੇ ਵਾਲੀ ਮੈਟ੍ਰਿਸਿਸ ਦਾ ਨੰਬਰ ਆਫ ਕਾਲਮਸ ਤੇ ਦੂਸਰੀ ਵਾਲੀ ਮੈਟ੍ਰਿਸਿਸ ਦਾ ਨੰਬਰ ਆਫ ਰੋਜ਼ ਆਪਸ 'ਚ ਬਰਾਬਰ ਹੋਣ। Here it is clearly 3 B transpose the number of columns ਨੇ ਤੇ 3 ਹੀ A transpose the number of rows ਨੇ, ਉਹ ਬਰਾਬਰ ਨੇ। ਇਸ ਕਰਕੇ B transpose A transpose ਦਾ collective multiplication ਤੋਂ ਬਾਅਦ order ਕੀ ਹੋਏਗਾ 5 multiply 2, that is option A is the correct answer. So we'll tick option number A. Next question number 6, if fx is equal to kx plus 1 for x is less than equal to 5, 3x minus 5 for x is greater than 5 is continuous, then the value of k is 9 over 5, 5 over 9, 5 over 3 or 3 over 5. ਸਭ ਤੋਂ ਪਹਿਲਾਂ ਜਿਹੜਾ ਫੰਕਸ਼ਨ ਦਿੱਤਾ f of x is equal to kx plus 1 and 3x minus 5 ਅਸੀਂ ਸਭ ਤੋਂ ਪਹਿਲਾਂ ਨੋਟ ਡਾਊਨ ਕਰ ਲਿੱਤਾ ਐਂਡ ਕਲੀਅਰਲੀ ਸਾਨੂੰ ਦਿੱਤਾ ਹੋਇਆ ਕਿ ਅਗਰ f ਕੰਟੀਨਿਊਸ ਹੈਗਾ then left hand limit will be equal to right hand limit, and we know left hand limit is limit x tends to 5 of minus f of x, 5 minus मतलब 5 ਤੋਂ ਘੱਟ that is kx plus 1 ਫੰਕਸ਼ਨ ਹੋਏਗਾ। ਸੋ ਲਿਮਿਟ h tends to 0, 5 f of 5 minus h ਤੇ 5 ਮਾਈਨਸ ਐਚ ਅਸੀਂ ਕੇ ਐਕਸ ਪਲਸ 1 ਦੀ ਜਗ੍ਹਾ 'ਤੇ ਐਕਸ ਦੀ ਜਗ੍ਹਾ 'ਤੇ ਫਿਲ ਕਰ ਦੇਵਾਂਗੇ। ਸੋ ਕੇ ਇੰਟੂ 5 ਮਾਈਨਸ ਐਚ ਪਲਸ 1 ਐਚ ਦੀ ਜਗ੍ਹਾ 'ਤੇ 0 ਫਿਲ ਕਰਨ ਤੋਂ ਬਾਅਦ ਕੇ ਇੰਟੂ 5 ਮਾਈਨਸ ਆਫ 0 ਪਲਸ 1 ਵਿਚ ਵਿਲ ਬੀ ਇਕੁਅਲ ਟੂ 5k ਪਲਸ 1। ਇਹਦੇ ਵਿੱਚ ਸੈਕਿੰਡ ਸਟੈਪ ਦੇ ਵਿੱਚ ਵੀ ਲਿਮਿਟ ਐਚ ਟੈਂਡਸ ਟੂ 0 ਨਾਲ ਆਏਗਾ ਦੈਟ ਆਈ ਹੈਵ ਨੋਟ ਰਿਟਨ, ਪਲੀਜ਼ ਨੋਟ ਇਟ। Then using the value of h as 0, we'll have 5k plus 1 as the left hand limit. So the right hand limit will be limit x tends to 5 plus f of x and 5 plus मतलब 5 plus h हो जाएगा as will be using the limit h tends to 0 and 5 plus मतलब 5 ਤੋਂ ਵੱਡੀ ਵਾਲੀ ਵੈਲਿਊ ਉਹਦੇ ਲਈ ਸਾਡੇ ਕੋਲ ਫੰਕਸ਼ਨ ਸੀਗਾ 3k minus 3x minus 5 ਤੇ x ਦੀ ਜਗ੍ਹਾ ਤੇ ਅਸੀਂ 5 plus h ਫਿਲ ਕਰਾਂਗੇ ਸੋ ਇਟ ਵਿਲ ਬੀ 3 of 5 plus h minus of 5। ਨੈਕਸਟ ਬ੍ਰੈਕਟ ਓਪਨ ਕਰਨ ਦੇ 15 plus 3h minus 5 ਇਹਦੇ ਵਿੱਚ ਸੈਕਿੰਡ ਸਟੈਪ ਤੇ ਥਰਡ ਸਟੈਪ ਦੋਵਾਂ ਦੇ ਵਿੱਚ ਲਿਮਿਟ h tends to 0 ਆਏਗਾ ਦੈਟ ਆਈ ਹੈਵ ਨੋਟ ਰਿਟਨ, ਪਲੀਜ਼ ਨੋਟ ਇਟ ਐਂਡ ਕਰੈਕਟ ਇਟ, sorry for the mistake।
नेक्स्ट ब्रैकेट ओपन करने तो बाद 15 माइनस 5 विल बी इक्वल टू 10 एंड एच की जगह तो ਅਸੀਂ 0 ਫਿਲ ਕਰਾਂਗੇ ਸੋ 3h will be all together 0. So the right hand limit is 10 and the left hand limit is 5k plus 1. Since we know the function is continuous, so left hand limit is equal to right hand limit, and substituting the and equating the term, we'll have k is equal to 9 over 5 as the correct answer. That is option A is the correct answer.